ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਸਾਡਾ ਟੌਪਿਕ ਲੂਪਿੰਗ, ਜਿਸ ਦੇ ਵਿੱਚ ਅਸੀਂ ਅੱਜ ਕਵਰ ਕਰ ਰਹੇ ਹਾਂ ਫॉर ਲੂਪ। ਤਾਂ ਫॉर ਲੂਪ ਵੀ ਇੱਕ ਲੂਪਿੰਗ ਦੀ ਹੀ ਟਾਈਪ ਹੈ, ਜਿਸ ਦੇ ਵਿੱਚ ਤੁਸੀਂ ਤੁਹਾਡੇ ਬਲੌਕ ਨੂੰ ਇੱਕ ਸਟੇਟਮੈਂਟ ਜਾਂ ਇੱਕ ਤੋਂ ਵੱਧ ਸਟੇਟਮੈਂਟ ਨੂੰ ਨੰਬਰ ਆਫ ਟਾਈਮਸ ਐਗਜ਼ੀਕਿਊਟ ਕਰ ਸਕਦੇ ਹੋ ਡਿਪੈਂਡਿੰਗ ਅਪੋਨ ਯੋਰ ਕੰਡੀਸ਼ਨ। For loop is an entry control loop, means test condition is tested before entering the loop body. ਫॉर ਲੂਪ ਦੇ ਵਿੱਚ ਪਹਿਲਾਂ ਕੰਡੀਸ਼ਨ ਚੈੱਕ ਕੀਤੀ ਜਾਂਦੀ ਹੈ। ਜੇਕਰ ਕੰਡੀਸ਼ਨ ਟਰੂ ਹੈ ਤਾਂ ਤੁਹਾਡੇ ਫॉर ਲੂਪ ਦੀ ਬੋਡੀ ਐਗਜ਼ੀਕਿਊਟ ਹੁੰਦੀ ਹੈ। ਫॉर ਲੂਪ ਇਜ਼ ਯੂਜ਼ਫੁਲ ਵੇਅਰ ਦ ਨੰਬਰ ਆਫ ਇਟਰੇਸ਼ਨਸ ਇਜ਼ ਨੋਨ ਬਿਫੋਰਹੈਂਡ, that is the number of times the loop body is needed to be executed is known to us. ਫॉर ਲੂਪ ਨੂੰ ਉੱਥੇ ਯੂਜ਼ ਕੀਤਾ ਜਾਂਦਾ ਜਿੱਥੇ ਕਿੰਨੇ ਵਾਰ ਤੁਸੀਂ ਲੂਪ ਨੂੰ ਚਲਾਉਣਾ, 10 ਟਾਈਮਸ 20 ਟਾਈਮਸ, ਕਿੰਨੇ ਟਾਈਮ ਤੁਸੀਂ ਫॉर ਲੂਪ ਦੀ ਬੋਡੀ ਨੂੰ ਐਗਜ਼ੀਕਿਊਟ ਕਰਵਾਉਣਾ, ਇਹ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ। ਦੈਨ ਨੈਕਸਟ ਤੁਹਾਡੇ ਫॉर ਲੂਪ ਦੀ ਸਿੰਟੈਕਸ, ਜਿੱਥੇ ਤੁਸੀਂ ਵਾਈਲ ਲੂਪ ਅਤੇ ਡੂ ਵਾਈਲ ਨੂੰ ਨੋਟ ਕੀਤਾ ਹੋਵੇ ਤਾਂ ਉਸ ਦੇ ਵਿੱਚ ਪਹਿਲਾਂ ਇਨੀਸ਼ੀਅਲਾਈਜੇਸ਼ਨ, ਫਿਰ ਉਸ ਤੋਂ ਬਾਅਦ ਨੈਕਸਟ ਲਾਈਨ ਦੇ ਵਿੱਚ ਟੈਸਟ ਐਕਸਪ੍ਰੈਸ਼ਨ, ਦੈਨ ਨੈਕਸਟ ਅਪਡੇਟ, ਇੱਦਾਂ ਕਰਕੇ ਅਲੱਗ-ਅਲੱਗ ਲਾਈਨਸ ਦੇ ਵਿੱਚ ਆ ਰਿਹਾ ਸੀ। ਬਟ ਫॉर ਲੂਪ ਦੇ ਵਿੱਚ ਤਿੰਨੋਂ ਹੀ ਜਿਹੜੇ ਤੁਹਾਡੇ ਐਕਸਪ੍ਰੈਸ਼ਨਸ ਨੇ ਉਹ ਇੱਕ ਹੀ ਲਾਈਨ ਦੇ ਵਿੱਚ ਲਿਖੇ ਜਾਂਦੇ ਨੇ। ਸਭ ਤੋਂ ਪਹਿਲਾਂ ਤੁਹਾਡਾ ਇਨੀਸ਼ੀਅਲਾਈਜੇਸ਼ਨ ਸਟੇਟਮੈਂਟ, ਸੈਮੀਕੋਲਨ, ਟੈਸਟ ਐਕਸਪ੍ਰੈਸ਼ਨ, ਸੈਮੀਕੋਲਨ, ਅਪਡੇਟ ਐਕਸਪ੍ਰੈਸ਼ਨ, ਤੇ ਉਸ ਤੋਂ ਬਾਅਦ ਫॉर ਲੂਪ ਦੀ ਬੋਡੀ, ਮੀਨਸ ਕਿਹੜੀਆਂ ਸਟੇਟਮੈਂਟਸ ਨੇ ਜਿਹੜੀਆਂ ਉਸ ਕੰਡੀਸ਼ਨ ਦੇ ਅਕੋਰਡਿੰਗ ਐਗਜ਼ੀਕਿਊਟ ਹੋਣ। ਸਭ ਤੋਂ ਪਹਿਲਾ ਪਾਰਟ ਤੁਹਾਡਾ ਇਨੀਸ਼ੀਅਲਾਈਜੇਸ਼ਨ ਐਕਸਪ੍ਰੈਸ਼ਨ। ਇਨੀਸ਼ੀਅਲਾਈਜੇਸ਼ਨ ਐਕਸਪ੍ਰੈਸ਼ਨ ਨੂੰ ਯੂਜ਼ ਕੀਤਾ ਜਾਂਦਾ ਟੂ ਇਨੀਸ਼ੀਅਲਾਈਜ਼ ਦ ਲੂਪ ਕਾਊਂਟਰ ਟੂ ਸਮ ਵੈਲਿਊ, ਫॉर ਐਗਜ਼ਾਮਪਲ ਇੰਟ i ਇਕੁਅਲਸ ਟੂ 1। ਸਿੰਪਲ ਬੋਲ ਗਏ ਤਾਂ ਜੇਕਰ ਤੁਸੀਂ ਕਾਊਂਟਿੰਗ ਸ਼ੁਰੂ ਕਰਨੀ ਹੈ ਲੂਪ ਨੂੰ ਚਲਾਉਣ ਦੀ ਤਾਂ ਤੁਸੀਂ ਸ਼ੁਰੂ ਕਿੱਥੋਂ ਕਰੋਗੇ? ਸਪੋਜ਼ ਕਰੋ ਅਸੀਂ i ਇਕੁਅਲਸ ਟੂ 1 ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਉਹ ਤੁਸੀਂ ਵੈਲਿਊ ਇੱਥੇ ਦੋਗੇ। ਟੈਸਟ ਐਕਸਪ੍ਰੈਸ਼ਨ, test the condition. If the condition evaluates to true, then we will execute the body of loop and go to update expression, otherwise we will exit from the for loop. Example, i less than equals to 10। ਇੱਕ ਤੋਂ ਸ਼ੁਰੂ ਕਰਕੇ ਤੁਸੀਂ ਕਿੰਨਾ ਟਾਈਮ ਚਲਾਉਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਦੋਗੇ। ਸਪੋਜ਼ ਅਸੀਂ ਚਾਹੁੰਦੇ ਹਾਂ ਜਿੰਨਾ ਟਾਈਮ i ਦੀ ਵੈਲਿਊ 10 ਤੋਂ ਛੋਟੀ ਹੈ ਜਾਂ ਬਰਾਬਰ ਨਹੀਂ ਹੁੰਦੀ ਤਾਂ ਉਹ ਤੁਸੀਂ ਜਿਹੜੀ ਹੈ ਤੁਹਾਡੀ ਟੈਸਟ ਐਕਸਪ੍ਰੈਸ਼ਨ ਦੇ ਵਿੱਚ ਵੈਲਿਊ ਦੋਗੇ। ਮਤਲਬ ਕਿਸ ਕੰਡੀਸ਼ਨ ਦੇ ਅਕੋਰਡਿੰਗ ਤੁਹਾਡਾ ਫॉर ਲੂਪ ਐਗਜ਼ੀਕਿਊਟ ਹੋਵੇ। ਜੇਕਰ ਉਹ ਟਰੂ ਹੈ ਤਾਂ ਤੁਸੀਂ ਫॉर ਲੂਪ ਦੀ ਬੋਡੀ ਨੂੰ ਐਗਜ਼ੀਕਿਊਟ ਕਰੋਗੇ। ਜੇਕਰ ਉਹ ਕੰਡੀਸ਼ਨ ਹੀ ਫਾਲਸ ਹੁੰਦੀ ਹੈ ਤਾਂ ਤੁਸੀਂ ਫॉर ਲੂਪ ਦੀ ਬੋਡੀ ਨੂੰ ਐਗਜ਼ੀਕਿਊਟ ਨਹੀਂ ਕਰੋਗੇ, ਡਾਇਰੈਕਟ ਫॉर ਚੋਂ ਬਾਹਰ ਆ ਜਾਓਗੇ। ਦੈਨ ਨੈਕਸਟ ਤੁਹਾਡਾ ਅਪਡੇਟ ਐਕਸਪ੍ਰੈਸ਼ਨ। ਹੁਣ ਅਸੀਂ i ਸ਼ੁਰੂ 1 ਤੋਂ ਕਰਨੀ ਚਾਹੁੰਦੇ ਹਾਂ, ਜਾਣਾ ਚਾਹੁੰਦੇ ਹਾਂ 10 ਤੱਕ, ਤਾਂ ਇਹ 10 ਤੱਕ ਅਸੀਂ ਕਿਵੇਂ ਪਹੁੰਚਾਂਗੇ? ਓਬਵੀਅਸ ਜਾਂ ਅਸੀਂ ਵੈਲਿਊ ਨੂੰ ਇਨਕਰੀਜ਼ ਕਰ ਰਹੇ ਹਾਂ ਜਾਂ ਡਿਕਰੀਜ਼ ਕਰ ਰਹੇ ਹਾਂ। ਤੁਸੀਂ ਵੈਲਿਊ ਨੂੰ ਕਿੰਨੇ ਨਾਲ ਵਧਾਉਣਾ ਚਾਹੁੰਦੇ ਹੋ ਜਾਂ ਘਟਾਉਣਾ ਚਾਹੁੰਦੇ ਹੋ ਉਹ ਤੁਸੀਂ ਦੋਗੇ ਅਪਡੇਟ ਐਕਸਪ੍ਰੈਸ਼ਨ ਦੇ ਵਿੱਚ। ਆਫਟਰ ਐਗਜ਼ੀਕਿਊਟਿੰਗ ਲੂਪ ਬੋਡੀ, ਦਿਸ ਐਕਸਪ੍ਰੈਸ਼ਨ ਇੰਕਰੀਮੈਂਟ ਜਾਂ ਡੀ ਇੰਕਰੀਮੈਂਟ ਦ ਲੂਪ ਵੇਰੀਏਬਲ ਬਾਈ ਸਮ ਵੈਲਿਊ, ਫॉर ਐਗਜ਼ਾਮਪਲ i ਪਲੱਸ ਪਲੱਸ। ਇੱਥੇ ਤੁਸੀਂ ਵੈਲਿਊ ਨੂੰ ਇੰਕਰੀਜ਼ ਜਾਂ ਡਿਕਰੀਜ਼ ਕਰ ਦਿਓਗੇ ਅਪਡੇਟ ਐਕਸਪ੍ਰੈਸ਼ਨ ਦੇ ਵਿੱਚ। ਤਾਂ ਇੱਥੇ ਇੱਕ ਉਹਦੀ ਵਰਕਿੰਗ ਜ਼ਰੂਰ ਤੁਹਾਨੂੰ ਮੈਂ ਸਮਝਾ ਦਿਆਂ ਕਿ ਫॉर ਲੂਪ ਦੀ ਵਰਕਿੰਗ ਕਿੱਦਾਂ ਹੋਊਗੀ। ਸਭ ਤੋਂ ਪਹਿਲਾਂ ਤੁਸੀਂ ਐਂਟਰ ਕਰੋਗੇ ਤੁਹਾਡੇ ਇਨੀਸ਼ੀਅਲਾਈਜੇਸ਼ਨ ਪਾਰਟ ਦੇ ਵਿੱਚ ਨੰਬਰ 1 ਤੇ, ਉਸ ਤੋਂ ਬਾਅਦ ਤੁਸੀਂ ਟੈਸਟ ਐਕਸਪ੍ਰੈਸ਼ਨ ਤੇ ਨੰਬਰ 2 ਤੇ, ਦੈਨ ਟੈਸਟ ਐਕਸਪ੍ਰੈਸ਼ਨ ਤੋਂ ਬਾਅਦ ਸਿੱਧਾ ਤੁਸੀਂ ਨੀਚੇ ਆ ਜਾਓਗੇ। ਲੂਪ ਦੀ ਬੋਡੀ ਐਗਜ਼ੀਕਿਊਟ ਕੀਤੀ ਨੰਬਰ 3 ਤੇ, ਦੈਨ ਤੁਸੀਂ ਅਪਡੇਟ ਕੀਤਾ ਵੈਲਿਊ ਨੂੰ ਨੰਬਰ 4 ਤੇ, ਅਪਡੇਟ ਕਰਨ ਤੋਂ ਬਾਅਦ ਅਗੇਨ ਕੰਡੀਸ਼ਨ ਚੈੱਕ ਕਰ ਰਹੇ ਹੋ ਨੰਬਰ 5 ਤੇ, ਫਿਰ ਉਸ ਤੋਂ ਬਾਅਦ ਟੈਸਟ ਐਕਸਪ੍ਰੈਸ਼ਨ, ਬੋਡੀ ਐਗਜ਼ੀਕਿਊਟ, ਅਪਡੇਟ, ਟੈਸਟ ਐਕਸਪ੍ਰੈਸ਼ਨ, ਬੋਡੀ ਐਗਜ਼ੀਕਿਊਟ, ਅਪਡੇਟ। ਫਿਰ ਤੁਸੀਂ ਇੱਦਾਂ ਹੀ ਜਿਹੜਾ ਹੈ ਲੂਪ ਨੂੰ ਐਗਜ਼ੀਕਿਊਟ ਕਰਦੇ ਹੋ। ਤਾਂ ਹੁਣ ਨੈਕਸਟ ਤੁਹਾਡੇ ਫॉर ਲੂਪ ਦੀ ਇਨੀਸ਼ੀਅਲਾਈਜੇਸ਼ਨ ਬਾਰੇ ਹੀ ਜੇਕਰ ਅਸੀਂ ਗੱਲ ਕਰੀਏ ਫਲੋ ਚਾਰਟ ਨੂੰ ਲੈ ਕੇ, ਤਾਂ ਤੁਹਾਡੇ ਪਹਿਲਾਂ ਚੱਲੂਗਾ ਤੁਹਾਡਾ ਇਨੀਸ਼ੀਅਲਾਈਜੇਸ਼ਨ ਐਕਸਪ੍ਰੈਸ਼ਨ, ਜਿਹੜਾ ਕਿ ਮੈਂ ਪਹਿਲਾਂ ਵੀ ਦੱਸਿਆ। ਉਸ ਤੋਂ ਬਾਅਦ ਕੰਡੀਸ਼ਨ ਚੈੱਕ ਕੀਤੀ ਜਾਂਦੀ ਹੈ ਅਤੇ ਕੰਡੀਸ਼ਨ ਚੈੱਕ ਕਰਨ ਤੋਂ ਬਾਅਦ ਤੁਸੀਂ ਫॉर ਲੂਪ ਦੀ ਬੋਡੀ ਨੂੰ ਐਗਜ਼ੀਕਿਊਟ ਕਰਦੇ ਹੋ। ਲੂਪ ਦੀ ਬੋਡੀ ਐਗਜ਼ੀਕਿਊਟ ਕਰਨ ਤੋਂ ਬਾਅਦ ਤੁਸੀਂ ਕਰੋਗੇ ਵੈਲਿਊ ਨੂੰ ਅਪਡੇਟ, ਅਤੇ ਅਪਡੇਟ ਕਰਨ ਤੋਂ ਬਾਅਦ ਵਾਪਸ ਤੁਸੀਂ ਗਏ ਕੰਡੀਸ਼ਨ ਨੂੰ ਚੈੱਕ ਕਰਨ। ਜੇਕਰ ਕੰਡੀਸ਼ਨ ਟਰੂ, ਅਗੇਨ ਲੂਪ ਦੀ ਬੋਡੀ, ਅਗੇਨ ਵੈਲਿਊ ਅਪਡੇਟ, ਅਗੇਨ ਟੈਸਟ ਕੰਡੀਸ਼ਨ। ਤਾਂ ਇਹ ਜਿਹੜੀ ਚੀਜ਼ ਹੈ ਉਹਨਾਂ ਟਾਈਮ ਇੱਦਾਂ ਹੀ ਐਗਜ਼ੀਕਿਊਟ ਹੋਊਗੀ ਜਿੰਨਾ ਟਾਈਮ ਤੁਹਾਡੀ ਕੰਡੀਸ਼ਨ ਟਰੂ ਹੈ। ਜਿੱਥੇ ਤੁਹਾਡੀ ਕੰਡੀਸ਼ਨ ਹੋਈ ਫਾਲਸ, ਤੁਸੀਂ ਲੂਪ ਦੀ ਬੋਡੀ ਚੋਂ ਬਾਹਰ। ਤਾਂ ਹੁਣ ਦੇਖਦੇ ਹਾਂ ਲੂਪ ਦੀ ਵਰਕਿੰਗ, ਜਿਹੜੀ ਕਿ ਤੁਹਾਨੂੰ ਮੈਂ ਐਕਸਪਲੇਨ ਕੀਤੀ ਹੈਗੀ। ਦ ਇਨੀਸ਼ੀਅਲਾਈਜੇਸ਼ਨ ਸਟੇਟਮੈਂਟ ਇਜ਼ ਐਗਜ਼ੀਕਿਊਟਡ ਓਨਲੀ ਵੰਸ। ਤੁਹਾਨੂੰ ਮੈਂ ਪਹਿਲਾਂ ਵੀ ਬੋਲਿਆ ਤਾਂ ਤੁਸੀਂ ਨੋਟ ਵੀ ਕੀਤਾ ਹੋ, ਜਿਹੜਾ ਇਨੀਸ਼ੀਅਲਾਈਜੇਸ਼ਨ ਵਾਲਾ ਪਾਰਟ ਹੈ ਉਹ ਸਿਰਫ ਇੱਕ ਵਾਰ ਹੀ ਐਗਜ਼ੀਕਿਊਟ ਹੁੰਦਾ। ਉਸ ਤੋਂ ਬਾਅਦ ਅਸੀਂ ਸਿਰਫ ਇਹਨਾਂ 3 ਪਾਰਟਸ ਨੂੰ ਬਾਰ-ਬਾਰ ਐਗਜ਼ੀਕਿਊਟ ਕਰਦੇ ਹਾਂ।
then the test expression is evaluated. If the test expression is evaluated to false, the for loop is terminated. ਉਸ ਤੋਂ ਬਾਅਦ ਤੁਸੀਂ ਕੰਡੀਸ਼ਨ ਚੈੱਕ ਕਰਦੇ ਹੋ, ਜੇਕਰ ਤੁਹਾਡੀ ਕੰਡੀਸ਼ਨ ਟਰੂ ਹੈ ਤਾਂ ਤੁਸੀਂ ਲੂਪ ਦੀ ਬੋਡੀ ਨੂੰ ਐਗਜ਼ੀਕਿਊਟ ਕਰੋਗੇ, ਜੇਕਰ ਫਾਲਸ ਹੈ ਤੁਸੀਂ ਲੂਪ ਚੋਂ ਬਾਹਰ ਆ ਜਾਂਦੇ ਹੋ। If the test expression is evaluated to true, statement inside the body of loop are executed and update expression is updated. ਜੇਕਰ ਤੁਹਾਡੀ ਕੰਡੀਸ਼ਨ ਇਹ ਟਰੂ ਸੀ ਤਾਂ ਤੁਸੀਂ ਫॉर ਦੀ ਬੋਡੀ ਐਗਜ਼ੀਕਿਊਟ ਕਰਦੇ ਹੋ, ਵੈਲਿਊ ਅਪਡੇਟ ਕਰਦੇ ਹੋ। ਅਗੇਨ ਦ ਟੈਸਟ ਐਕਸਪ੍ਰੈਸ਼ਨ ਇਜ਼ ਐਵੈਲੂਏਟਡ ਅਤੇ ਅਪਡੇਸ਼ਨ ਤੋਂ ਬਾਅਦ ਅਗੇਨ ਤੁਸੀਂ ਤੁਹਾਡੀ ਕੰਡੀਸ਼ਨ ਨੂੰ ਚੈੱਕ ਕਰਦੇ ਹੋ ਅਤੇ ਇਹ ਪ੍ਰੋਸੈਸ ਉਨਾ ਚਿਰ ਚੱਲਦਾ ਰਹਿੰਦਾ ਜਿੰਨਾ ਟਾਈਮ ਕੰਡੀਸ਼ਨ ਟਰੂ ਹੈ। ਜਿੱਥੇ ਤੁਹਾਡੀ ਕੰਡੀਸ਼ਨ ਫਾਲਸ ਤੁਹਾਡਾ ਲੂਪ ਟਰਮੀਨੇਟ ਹੋ ਜਾਂਦਾ, ਮੀਨਸ ਤੁਹਾਡਾ ਲੂਪ ਐਂਡ ਹੋ ਜਾਂਦਾ। ਹੁਣ ਦੇਖਦੇ ਹਾਂ ਕੁਝ ਪ੍ਰੋਗਰਾਮਸ ਦੀ ਹੈਲਪ ਨਾਲ ਫॉर ਲੂਪ ਨੂੰ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਵਾਰ ਵੀਡੀਓ ਪੌਜ਼ ਕਰਕੇ ਗੈਸ ਕਰੋ ਕਿ ਕਿੰਨਾ ਨੰਬਰ ਪ੍ਰਿੰਟ ਕਰੇਗਾ। ਅਸੀਂ ਵੇਰੀਏਬਲ ਲਿਆ ਆਈ ਨੂੰ ਇਨੀਸ਼ੀਅਲਾਈਜ਼ ਕੀਤਾ 1 ਤੋਂ, ਮਤਲਬ 1 ਤੋਂ ਗਿਣਤੀ ਸ਼ੁਰੂ ਕਰ ਰਹੇ ਹਾਂ। ਕੰਡੀਸ਼ਨ ਹੈ ਸਾਡੀ ਜਿੰਨਾ ਟਾਈਮ ਆਈ ਲੈਸ ਦੈਨ 10 ਤੋਂ ਉਹਨਾਂ ਟਾਈਮ ਪ੍ਰਿੰਟ ਕਰੇ ਆਈ ਦੀ ਵੈਲਿਊ ਨੂੰ ਅਤੇ ਆਈ ਨੂੰ ਇਨਕਰੀਜ਼ ਕਰ ਲਈ, ਮੀਨਸ ਇਹ 1 to 9 ਤੱਕ ਜਿਹੜੀ ਤੁਹਾਡੀ ਕਾਊਂਟਿੰਗ ਉਹ ਪ੍ਰਿੰਟ ਕਰੇਗਾ। ਇੱਥੇ 10 ਪ੍ਰਿੰਟ ਨਹੀਂ ਹੋਊਗਾ ਕਿਉਂਕਿ ਮੈਂ 10 ਦੇ ਟਾਈਮਸ ਦੇ ਵਿੱਚ ਇਕੁਅਲ ਨਹੀਂ ਪਾਇਆ। ਮੈਂ ਇਹ ਨਹੀਂ ਕਿਹਾ ਕਿ ਲੈਸ ਦੈਨ ਇਕੁਅਲ ਟੂ 10, ਆਪਾਂ ਸਿੰਪਲ ਕਿਹਾ ਲੈਸ ਦੈਨ 10, ਯਾਨੀ ਕਿ 10 ਤੋਂ ਛੋਟਾ 9 ਤੱਕ ਇਹ ਨੰਬਰ ਪ੍ਰਿੰਟ ਕਰਵਾਏਗਾ ਤੁਹਾਡਾ ਫॉर ਲੂਪ। If the loop contains only one statement, then we do not need to use braces. ਜੇਕਰ ਤੁਹਾਡੇ ਫॉर ਲੂਪ ਦੇ ਵਿੱਚ ਸਿਰਫ ਇੱਕ ਹੀ ਕੰਡੀਸ਼ਨ ਹੈ, ਫॉर ਲੂਪ ਦੀ ਬੋਡੀ 'ਚ ਸਿਰਫ ਇੱਕ ਹੀ ਸਟੇਟਮੈਂਟ ਤਾਂ ਤੁਸੀਂ ਉਸ ਸਮੇਂ 'ਤੇ ਕਰਲੀ ਬ੍ਰੇਸ ਯੂਜ਼ ਕਰਨੀਆਂ ਜਾਂ ਨਾ ਕਰਨੀਆਂ ਆਪਸ਼ਨਲ ਹੈ। ਇਸ ਐਗਜ਼ਾਮਪਲ ਦੇ ਵਿੱਚ ਦੇਖੀਏ, ਫॉर ਲੂਪ ਦੀ ਬੋਡੀ 'ਚ ਸਟੇਟਮੈਂਟ ਤਾਂ ਇੱਕ ਹੀ ਹੈ, ਤਾਂ ਇਹ ਇੱਕ ਸਟੇਟਮੈਂਟ ਵੈਸੇ ਵੀ ਇਸ ਲੂਪ ਦੇ ਉੱਪਰ ਡਿਪੈਂਡ ਹੁੰਦੀ ਹੈ ਉਸ ਸਮੇਂ ਤੁਹਾਨੂੰ ਇਹ ਕਰਲੀ ਬ੍ਰੇਸਿਸ ਪਾਉਣੀਆਂ ਜਾਂ ਨਾ ਪਾਉਣੀਆਂ ਆਪਸ਼ਨਲ ਹੈ, ਤੁਸੀਂ ਇਹਨੂੰ ਛੱਡ ਵੀ ਸਕਦੇ ਹੋ। ਜਿੱਦਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ 1 to 9 ਹੈਲੋ ਪ੍ਰਿੰਟ ਕਰ ਰਹੇ ਹੋ, ਮਤਲਬ 9 ਵਾਰ ਹੈਲੋ ਪ੍ਰਿੰਟ ਕਰਨਾ ਚਾਹੁੰਦੇ ਹੋ, ਤਾਂ ਉਸ ਸਮੇਂ ਤੁਸੀਂ ਜਿਹੜੀ ਹੈ ਇੱਥੇ ਕਰਲੀ ਬ੍ਰੇਸ ਨਹੀਂ ਪਾਈ ਫॉर ਤੋਂ ਬਾਅਦ, ਕਿਉਂਕਿ ਤੁਸੀਂ ਇੱਥੇ ਉਹਨੂੰ ਛੱਡ ਵੀ ਸਕਦੇ ਹੋ। 1 ਤੋਂ ਸ਼ੁਰੂ ਹੋ ਕੇ 10 ਤੱਕ ਤੋਂ ਘੱਟ ਤੁਹਾਡਾ ਲੂਪ ਚੱਲੇਗਾ, ਹੈਲੋ ਪ੍ਰਿੰਟ ਕਰੇਗਾ ਤਾਂ ਹਰ ਵਾਰ ਆਈ ਦੀ ਵੈਲਿਊ ਨੂੰ ਇੰਕਰੀਜ਼ ਕਰੇਗਾ। ਨੈਕਸਟ ਪ੍ਰੋਗਰਾਮ ਦੇ ਵਿੱਚ ਤੁਸੀਂ 1 to 9 ਹੀ ਪ੍ਰਿੰਟ ਕਰ ਰਹੇ ਹੋ, ਸੇਮ ਇਹੀ ਪ੍ਰੋਗਰਾਮ ਹੈ, ਬਟ ਇੱਥੇ ਅਸੀਂ ਸੈਮੀਕੋਲਨ ਲਗਾਇਆ ਹੋਇਆ ਪਿੱਛੇ ਇਸ ਦੇ। ਤਾਂ ਇੱਥੇ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਨੂੰ ਰਨ ਕਰਕੇ ਜਿਹੜਾ ਇਹਦਾ ਆਨਸਰ ਉਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕੀ ਹੋਏਗਾ ਜੇਕਰ ਤੁਸੀਂ ਫॉर ਲੂਪ ਦੀ ਬੋਡੀ ਦੇ ਪਿੱਛੇ ਸੈਮੀਕੋਲਨ ਲਗਾ ਦਿੰਦੇ ਹੋ। ਤਾਂ ਇੱਥੇ ਇੱਕ ਜੇ ਤੁਹਾਨੂੰ ਮੈਂ ਕਲੀਅਰ ਕਰਦੇ ਹਾਂ ਬੱਚੇ ਕਿ ਤੁਹਾਨੂੰ ਮੈਂ ਕਿਹਾ ਕਿ ਜੇਕਰ ਤੁਹਾਡੀ ਸਟੇਟਮੈਂਟ ਇੱਕ ਹੈ ਤਾਂ ਤੁਸੀਂ ਕਰਲੀ ਬ੍ਰੇਸ ਆ ਵਾਲੀਆਂ ਨਾ ਪਾਓ, ਤਾਂ ਤੁਸੀਂ ਨਹੀਂ ਪਾਈਆਂ ਇੱਥੇ। ਬਟ ਜੇ ਤੁਸੀਂ ਇੱਥੇ ਸੈਮੀਕੋਲਨ ਪਾਤਾ ਤਾਂ ਉਹ ਇਹ ਮੰਨਦਾ ਕਿ ਇਸ ਪੂਰੇ ਫॉर ਲੂਪ 'ਤੇ ਕੌਣ ਡਿਪੈਂਡ ਕਰ ਰਿਹਾ, ਸੈਮੀਕੋਲਨ, ਯਾਨੀ ਕਿ ਜਿੰਨਾ ਟਾਈਮ ਕੰਡੀਸ਼ਨ ਟਰੂ ਕੌਣ ਚੱਲੂਗਾ, ਸੈਮੀਕੋਲਨ ਹਰ ਵਾਰ ਉਸ ਨੂੰ ਵਾਪਸ ਮੋੜ ਦੂਗਾ, ਫਿਰ ਵੈਲਿਊ ਵਧਾ ਕੇ ਫਿਰ ਸੈਮੀਕੋਲਨ ਕੋਲ, ਸੈਮੀਕੋਲਨ ਨੇ ਫਿਰ ਉਹਨੂੰ ਟਰਮੀਨੇਟ ਕੀਤਾ। ਇਹ ਉਹਨਾਂ ਟਾਈਮ ਚੱਲਦਾ ਰਹੂ ਜਿੰਨਾ ਟਾਈਮ ਕੰਡੀਸ਼ਨ ਟਰੂ ਹੈ। ਤਾਂ ਆਹ ਵਾਲੀ ਜਿਹੜੀ ਸਟੇਟਮੈਂਟ ਹੈ ਇਹਦੀ ਤਾਂ ਉਦੋਂ ਟਰਨ ਆਏਗੀ ਜਦੋਂ ਤੁਹਾਡਾ ਫॉर ਲੂਪ ਫਾਲਸ ਹੁੰਦਾ ਗਾ। ਤਾਂ ਹੁਣ ਐਸੇ ਪ੍ਰੋਗਰਾਮ ਨੂੰ ਅਸੀਂ ਨੈਕਸਟ ਨੂੰ ਚਲਾ ਕੇ ਦੇਖਦੇ ਹਾਂ ਇਸ ਕਨਸੈਪਟ ਨਾਲ। ਆਈ ਦੀ ਸਟਾਰਟਿੰਗ 'ਚ ਵੈਲਿਊ 1, ਆਈ ਜਿੰਨਾ ਚਿਰ 10 ਤੋਂ ਛੋਟੀ ਹੈ ਉਹਨਾਂ ਟਾਈਮ ਆਈ ਨੂੰ ਕਰੇ ++। ਹੁਣ ਆਈ 10 ਤੋਂ ਛੋਟੀ ਹੈ, ਅਸੀਂ ਅੱਗੇ ਗਏ, ਅੱਗੇ ਕੌਣ ਸੀ, ਸੈਮੀਕੋਲਨ, ਉਹਨੇ ਫਿਰ ਸਾਨੂੰ ਵਾਪਸ ਭੇਜਤਾ। ਫਿਰ ਅਸੀਂ ਆਈ ਦੀ ਵੈਲਿਊ ਵਧਾਈ, ਕੰਡੀਸ਼ਨ ਟਰੂ, ਫਿਰ ਅੱਗੇ ਗਏ, ਫਿਰ ਉਹਨੇ ਵਾਪਸ ਸੈਂਡ ਕਰਤਾ। ਯਾਨੀ ਕਿ ਸੈਮੀਕੋਲਨ ਲੂਪ ਦੇ ਉੱਪਰ ਡਿਪੈਂਡ ਕਰ ਰਿਹਾ ਹੈਗਾ, ਅਤੇ ਉਹ ਜਿੰਨਾ ਟਾਈਮ ਆਈ ਦੀ ਵੈਲਿਊ 9 ਰਹੂਗੀ ਜਾਂ 9 ਤੋਂ ਘੱਟ ਹੈ ਉਹਨਾਂ ਟਾਈਮ ਸਾਨੂੰ ਵਾਪਸ ਸੈਂਡ ਕਰਦਾ ਰਹੂ। ਜਿੱਥੇ ਜਾ ਕੇ ਆਈ ਦੀ ਵੈਲਿਊ ਹੋਈ 10, ਕੰਡੀਸ਼ਨ ਹੋ ਗਈ ਫਾਲਸ। ਜਦੋਂ ਕੰਡੀਸ਼ਨ ਫਾਲਸ ਹੈ ਯਾਨੀ ਕਿ ਸੈਮੀਕੋਲਨ ਦੀ ਵਾਰੀ ਉਦੋਂ ਆਉਂਦੀ ਨਹੀਂ। ਸੈਮੀਕੋਲਨ ਲੂਪ ਦੇ ਉੱਪਰ ਡਿਪੈਂਡ ਸੀ ਤਾਂ ਸੈਮੀਕੋਲਨ ਕੋਲ ਹੁਣ ਅਸੀਂ ਪਹੁੰਚੇ ਹੀ ਨਹੀਂ, ਲੂਪ ਚੱਲੇ ਹੀ ਨਹੀਂ। ਤਾਂ ਅਸੀਂ ਆਏ ਉਸ ਤੋਂ ਬਾਹਰ, ਤਾਂ ਨੈਕਸਟ ਅਸੀਂ ਪ੍ਰਿੰਟ ਆਫ ਕਰਨ ਨੂੰ ਕਿ ਆਈ, ਉਹਨੇ ਵੈਲਿਊ ਪ੍ਰਿੰਟ ਕੀਤੀ 10 ਅਤੇ ਫॉर ਲੂਪ ਤੁਹਾਡਾ ਪ੍ਰੋਗਰਾਮ ਇੱਥੇ ਹੋ ਗਿਆ ਖਤਮ। ਤਾਂ ਇਸ ਪ੍ਰੋਗਰਾਮ ਦਾ ਆਨਸਰ ਸਿਰਫ 10 ਹੀ ਆਏਗਾ, ਇਹ ਚੀਜ਼ ਤੁਸੀਂ ਨੋਟ ਰੱਖਣੀ ਹੈ। ਨੈਕਸਟ ਆ ਫॉर ਲੂਪ ਦੇ, ਜਿਵੇਂ ਮੈਂ ਤੁਹਾਨੂੰ ਸੈਮੀਕੋਲਨ ਲਗਾ ਕੇ ਦਿਖਾਇਆ ਪਿੱਛੇ, ਇਸ ਤਰ੍ਹਾਂ ਕਰਕੇ ਫॉर ਲੂਪ ਦੇ ਅਲੱਗ-ਅਲੱਗ ਤਰੀਕੇ ਨੇ ਤੁਸੀਂ ਫॉर ਲੂਪ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ, ਅਤੇ ਬਹੁਤ ਇੰਪੋਰਟੈਂਟ ਵੀ ਨੇ ਇਹ ਪਾਰਟ। ਸਭ ਤੋਂ ਪਹਿਲਾ ਪਾਰਟ ਜਿਸ ਦੇ ਵਿੱਚ ਅਸੀਂ ਇੱਕ ਤੋਂ ਵੱਧ ਇਨੀਸ਼ੀਅਲਾਈਜੇਸ਼ਨ ਲੈਣਾ ਚਾਹੁੰਦੇ ਹਾਂ। ਹੁਣ ਤੱਕ ਦੇ ਐਗਜ਼ਾਮਪਲ ਦੇ ਵਿੱਚ ਅਸੀਂ ਇੱਕ ਹੀ ਵੇਰੀਏਬਲ ਲੈਂਦੇ ਸੀ, ਇੰਟ i = 1 ਜਾਂ i = 5। ਤਾਂ ਜੇਕਰ ਤੁਸੀਂ ਇੱਕ ਤੋਂ ਵੱਧ ਲੈਣਾ ਵੀ ਚਾਹੁੰਦੇ ਹੋ ਇਨੀਸ਼ੀਅਲਾਈਜੇਸ਼ਨ ਪਾਰਟ, ਤਾਂ ਤੁਸੀਂ ਆਪਸ ਦੇ ਵਿੱਚ ਉਹਨਾਂ ਦੇ ਕੋਮਾ ਪਾ ਸਕਦੇ ਹੋ। ਨੈਕਸਟ ਪ੍ਰੋਗਰਾਮ ਹੈ ਨੋ ਇਨੀਸ਼ੀਅਲਾਈਜੇਸ਼ਨ।
ਜੇਕਰ ਤੁਸੀਂ ਇਨੀਸ਼ੀਅਲਾਈਜੇਸ਼ਨ ਪਹਿਲਾਂ ਹੀ ਕਰ ਚੁੱਕੇ ਹੋ, ਤੁਸੀਂ i ਦੀ ਵੈਲਿਊ 1 ਪਹਿਲਾਂ ਦੱਸ ਚੁੱਕੇ ਹੋ, ਤਾਂ ਇੱਥੇ ਤੁਸੀਂ ਉਸ ਨੂੰ ਖਾਲੀ ਛੱਡ ਸਕਦੇ ਹੋ, ਜਸਟ ਸੈਮੀਕੋਲਨ ਪਾ ਦਿਓ। ਮੀਨਸ ਜਿਹੜਾ ਇਨੀਸ਼ੀਅਲਾਈਜੇਸ਼ਨ ਪਾਰਟ ਹੈ, ਜੇ ਤੁਸੀਂ ਪਹਿਲਾਂ ਕਰ ਲਈ ਤਾਂ ਤੁਹਾਨੂੰ ਦੁਬਾਰਾ ਤੋਂ ਇੱਥੇ ਲਿਖਣ ਦੀ ਲੋੜ ਨਹੀਂ ਹੈਗੀ i = 1, ਤੁਸੀਂ ਜਸਟ ਸੈਮੀਕੋਲਨ ਪਾ ਕੇ ਉਹਨੂੰ ਛੱਡ ਦਿਓ। ਯਾਨੀ ਕਿ ਇਨੀਸ਼ੀਅਲਾਈਜੇਸ਼ਨ ਪਾਰਟ ਨੂੰ ਅਸੀਂ ਖਾਲੀ ਵੀ ਛੱਡ ਸਕਦੇ ਹਾਂ। ਥਰਡ, ਟਵਾਈਸ ਇਨੀਸ਼ੀਅਲਾਈਜੇਸ਼ਨ ਮੀਨਸ ਤੁਸੀਂ ਪਹਿਲਾਂ ਵੀ ਇਨੀਸ਼ੀਅਲਾਈਜ਼ ਕਰ ਲਿਆ, ਤੁਸੀਂ ਬਾਅਦ ਦੇ ਵਿੱਚ ਫਿਰ ਇਨੀਸ਼ੀਅਲਾਈਜ਼ ਕਰੀ ਜਾਂਦੇ ਹੋ, ਤਾਂ ਇਹ ਵੀ ਸਹੀ ਹੈ, ਕੋਈ ਦਿੱਕਤ ਨਹੀਂ। ਪਹਿਲਾਂ ਤੁਸੀਂ i ਨੂੰ ਵੈਲਿਊ ਦਿੱਤੀ 1, ਤਾਂ ਉਹਨੇ i ਦੀ ਵੈਲਿਊ ਕਿੰਨੀ ਮੰਨ ਲਈ 1। ਫਿਰ ਤੁਸੀਂ ਜਦੋਂ ਫੋਰ ਲੂਪ ਤੇ ਪਹੁੰਚੇ, ਤੁਸੀਂ i ਨੂੰ ਵੈਲਿਊ ਦਿੱਤੀ 2, ਤਾਂ ਉਹਨੇ 1 ਦੀ ਜਗ੍ਹਾ ਕੱਟ ਕੇ ਕਿੰਨੀ ਮੰਨ ਲਈ 2, ਤਾਂ ਇਹ ਵੀ ਬਿਲਕੁਲ ਸਹੀ ਹੈ। ਤਾਂ ਹੁਣ ਇੰਨੇ ਐਗਜ਼ਾਮਪਲਸ ਦੇ ਵਿੱਚ ਜਿਹੜੀ ਚੀਜ਼ ਮੈਂ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਇੱਕ ਤੋਂ ਵੱਧ ਵੇਰੀਏਬਲਸ ਨੂੰ ਇਨੀਸ਼ੀਅਲਾਈਜ਼ ਵੀ ਕਰਵਾ ਸਕਦੇ ਹੋ, ਤੁਸੀਂ ਇਨੀਸ਼ੀਅਲਾਈਜੇਸ਼ਨ ਪਾਰਟ ਨੂੰ ਖਾਲੀ ਵੀ ਛੱਡ ਸਕਦੇ ਹੋ, ਜਾਂ ਡਬਲ ਟਾਈਮਸ ਵੀ ਤੁਸੀਂ ਇਨੀਸ਼ੀਅਲਾਈਜੇਸ਼ਨ ਜੇ ਕਰਵਾ ਰਹੇ ਹੋ ਤਾਂ ਉਹਦੇ ਵਿੱਚ ਕੋਈ ਐਰਰ ਨਹੀਂ ਆਊਗੀ। ਨੈਕਸਟ ਹੈ ਤੁਹਾਡਾ ਨੋ ਕੰਡੀਸ਼ਨ। ਜੇਕਰ ਅਸੀਂ ਕੰਡੀਸ਼ਨ ਹੀ ਨਾ ਦੇਈਏ, ਹੁਣ ਇਹ ਸਾਡੀ ਕੰਡੀਸ਼ਨ ਪਾਰਟ ਸੀ, ਜੇਕਰ ਅਸੀਂ ਕੰਡੀਸ਼ਨ ਨਹੀਂ ਦੇਣਾ ਚਾਹੁੰਦੇ ਤੁਸੀਂ ਉਹਨੂੰ ਖਾਲੀ ਛੱਡ ਦਿਓ। ਮੀਨਸ ਇਨੀਸ਼ੀਅਲਾਈਜੇਸ਼ਨ ਦਿਓ, ਸੈਮੀਕੋਲਨ, ਕੰਡੀਸ਼ਨਲ ਨੂੰ ਖਾਲੀ ਛੱਡ ਦਿਓ, ਸੈਮੀਕੋਲਨ, ਫਿਰ ਇੰਕਰੀਮੈਂਟ ਡੀ ਇੰਕਰੀਮੈਂਟ ਦੇ ਦਿਓ। ਤਾਂ ਇਸ ਐਗਜ਼ਾਮਪਲ ਦੇ ਵਿੱਚ ਜੋ ਸ਼ੋਅ ਕੀਤਾ ਕਿ ਤੁਸੀਂ ਬਿਨਾਂ ਕੰਡੀਸ਼ਨ ਤੋਂ ਵੀ ਲੂਪ ਨੂੰ ਐਗਜ਼ੀਕਿਊਟ ਕਰਵਾ ਸਕਦੇ ਹੋ, ਬਟ ਜੇਕਰ ਤੁਸੀਂ ਕੰਡੀਸ਼ਨ ਨਹੀਂ ਦਿੰਦੇ, ਉਸ ਲੂਪ ਨੂੰ ਇਨਫਾਈਨਾਈਟ ਲੂਪ ਮੰਨਿਆ ਜਾਂਦਾ। ਮੀਨਸ ਉਹ ਲੂਪ ਹੈ ਜਿਹੜਾ ਐਗਜ਼ੀਕਿਊਟ ਹੁੰਦਾ ਹੀ ਰਹੂਗਾ, ਕਿਤੇ ਰੁਕਦਾ ਹੀ ਨਹੀਂ, ਤਾਂ ਉਹਦੀ ਕੰਡੀਸ਼ਨ ਹਮੇਸ਼ਾ ਹੀ ਟਰੂ ਮੰਨੀ ਜਾਊਗੀ। ਦੈਟ ਮੀਨਸ ਉਹ ਹਮੇਸ਼ਾ ਹੀ ਚੱਲਦਾ ਹੀ ਰਹੂਗਾ ਉਹ ਲੂਪ। ਤਾਂ ਇਹੋ ਜਿਹੇ ਲੂਪ ਨੂੰ ਅਸੀਂ ਬੋਲਦੇ ਹਾਂ ਇਨਫਾਈਨਾਈਟ ਲੂਪ। ਨੈਕਸਟ ਹੈ ਤੁਹਾਡਾ ਅਪਡੇਟ ਮੋਰ ਦੈਨ 1 ਵੇਰੀਏਬਲ। ਹੁਣ ਇੱਥੇ ਅਸੀਂ ਵੈਲਿਊ ਅਪਡੇਟ ਕਰਦੇ ਹੁੰਦੇ ਹਾਂ, ਸਾਰੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੀ ਵੈਲਿਊ ਅਪਡੇਟ ਕਰ ਰਹੇ ਹਾਂ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਤੁਸੀਂ ਇੱਕ ਤੋਂ ਵੱਧ ਵੈਲਿਊਜ਼ ਵੀ ਅਪਡੇਟ ਕਰ ਸਕਦੇ ਹੋ, ਬਟ ਜਸਟ ਉਹਨਾਂ ਦੇ ਵਿਚਕਾਰ ਕੀ ਆਵੇ, ਕੋਮਾ। ਨੈਕਸਟ ਹੈ ਤੁਹਾਡਾ ਟਵਾਈਸ ਅਪਡੇਟ। ਮੀਨਸ ਤੁਸੀਂ ਫੋਰ ਲੂਪ ਦੇ ਵਿੱਚ ਇੱਥੇ ਵੀ ਅਪਡੇਟ ਕਰਤੀ ਤੇ ਉੱਪਰ ਵੀ ਅਪਡੇਟ ਕਰ ਰਹੇ ਹੋ, ਇਹ ਵੀ ਬਿਲਕੁਲ ਸਹੀ ਹੈ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਜੇਕਰ ਤੁਸੀਂ ਨੀਚੇ ਵੀ ਅਪਡੇਟ ਕਰ ਰਹੇ ਹੋ ਤਾਂ ਦੁਬਾਰਾ ਤੋਂ ਫਿਰ ਉੱਪਰ ਅਪਡੇਟ ਕਰ ਰਹੇ ਹੋ। ਇਸ ਪ੍ਰੋਗਰਾਮ ਦੀ ਵਰਕਿੰਗ ਜ਼ਰੂਰ ਅਸੀਂ ਚੈੱਕ ਕਰ ਲੈਂਦੇ ਹਾਂ। ਸ਼ੁਰੂ ਦੇ ਵਿੱਚ ਅਸੀਂ i ਦੀ ਵੈਲਿਊ ਦਿੱਤੀ 1, ਕੰਡੀਸ਼ਨ ਹੈਗੀ ਜਿੰਨਾ ਚਿਰ i 5 ਤੋਂ ਛੋਟੀ ਹੈ ਉਹਨਾਂ ਟਾਈਮ i ਦੀ ਵੈਲਿਊ ਪ੍ਰਿੰਟ ਕਰਵਾਵੇ, ਉਹਨੇ 1 ਪ੍ਰਿੰਟ ਕਰਾਈ। ਫਿਰ ਅਸੀਂ ਉਸ ਨੂੰ ਕਿਹਾ i ਦੀ ਵੈਲਿਊ ਇੰਕਰੀਜ਼ ਕਰ, ਕਿੰਨੀ ਹੋ ਗਈ 2। ਫਿਰ ਉੱਪਰ ਜਾ ਕੇ ਕਿਹਾ i ਦੀ ਵੈਲਿਊ ਇੰਕਰੀਜ਼ ਕਰ, ਕਿੰਨੀ ਹੋ ਗਈ 3। ਕੰਡੀਸ਼ਨ ਚੈੱਕ ਕੀਤੀ ਟਰੂ, ਵੈਲਿਊ ਪ੍ਰਿੰਟ ਕੀਤੀ 3। ਯਾਨੀ ਕਿ ਜੇ ਉਹਨੇ 2 ਵਾਰੀ ਆਪਾਂ ਵਧਾਉਣ ਨੂੰ ਕਿਹਾ, ਉਹਨੇ 2 ਵਾਰ ਵਧਾਤਾ। ਫਿਰ i ਦੀ ਵੈਲਿਊ ਵਧਾਈ 4, ਉੱਪਰ ਜਾ ਕੇ ਫਿਰ ਵਧਾਈ 5। ਕੰਡੀਸ਼ਨ ਆਪਣੀ ਫਾਲਸ, ਅਸੀਂ ਲੂਪ ਤੋਂ ਬਾਹਰ। ਤਾਂ ਇਹਦਾ ਜਸਟ ਆਨਸਰ ਆਏਗਾ 1 ਐਂਡ 3। ਇੱਥੇ ਮੇਰਾ ਕਹਿਣ ਦਾ ਮੀਨਿੰਗ ਹੈ ਕਿ ਤੁਸੀਂ ਵੈਲਿਊ ਜਿਹੜੀ ਹੈ ਉਹਨੂੰ 2 ਵਾਰ ਵੀ ਇੰਕਰੀਜ਼ ਕਰ ਸਕਦੇ ਹੋ, ਉਹ 2 ਵਾਰ ਇੰਕਰੀਜ਼ ਕਰ ਦੂਗਾ, ਉਹ 'ਚ ਕੋਈ ਐਰਰ ਨਹੀਂ ਹੈ। ਨੈਕਸਟ ਲਾਸਟ ਪੁਆਇੰਟ ਨੋ ਅਪਡੇਟ। ਮੀਨਸ ਜੇਕਰ ਤੁਸੀਂ ਅਪਡੇਟ ਨਹੀਂ ਕਰਨਾ ਚਾਹੁੰਦੇ ਫੋਰ ਲੂਪ ਦੇ ਵਿੱਚ, ਤਾਂ ਤੁਸੀਂ ਉਸ ਨੂੰ ਖਾਲੀ ਵੀ ਛੱਡ ਸਕਦੇ ਹੋ, ਜਸਟ ਉਹਦਾ ਸੈਮੀਕੋਲਨ ਪਾ ਦਿਓ। ਇਨ ਕੇਸ ਕਈ ਵਾਰ ਕੀ ਹੁੰਦਾ ਸੀ ਫੋਰ ਲੂਪ ਦੇ ਵਿੱਚ ਹੀ ਜਿਹੜੀ ਵੈਲਿਊ ਹੈ ਉਹ ਅਪਡੇਟ ਕੀਤੀ ਹੋਈ ਹੈ, ਜਿਵੇਂ ਕਿਸੇ ਐਗਜ਼ਾਮਪਲ ਦੇ ਵਿੱਚ ਪ੍ਰਿੰਟ ਕਰਨ ਤੋਂ ਬਾਅਦ ਅਸੀਂ ਇੱਥੇ ਹੀ ਵੈਲਿਊ ਅਪਡੇਟ ਕਰਤੀ, ਉੱਪਰ ਅਸੀਂ ਨਹੀਂ ਕਰਨੀ ਚਾਹੁੰਦੇ, ਤਾਂ ਉਦੋਂ ਤੁਸੀਂ ਉਸ ਪਾਰਟ ਨੂੰ ਸੈਮੀਕੋਲਨ ਪਾ ਕੇ ਸਕਿਪ ਕਰ ਸਕਦੇ ਹੋ, ਛੱਡ ਸਕਦੇ ਹੋ। ਤਾਂ ਇਹ ਸੀ ਤੁਹਾਡੇ ਫੋਰ ਲੂਪ ਦੇ ਅਲੱਗ-ਅਲੱਗ ਵੇਜ਼, ਜਿਹੜੇ ਕਿ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਯਾਦ ਰੱਖਣੇ ਬਹੁਤ ਜ਼ਰੂਰੀ ਹੈ ਕਿ ਫੋਰ ਲੂਪ ਦੇ ਕਿਹੜੇ-ਕਿਹੜੇ ਮੈਥਡਸ ਨੇ ਅਲੱਗ-ਅਲੱਗ, ਜਿਸ ਦੇ ਨਾਲ ਫੋਰ ਲੂਪ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਥੈਂਕ ਯੂ।